ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਪੱਛਮੀ ਬੰਗਾਲ ਚੋਣਾਂ ਵਿੱਚ ਹਿੰਸਾ। ਦੋਸਤੋ, ਜਮਹੂਰੀਅਤ ਦੇ ਵਿੱਚ ਚੋਣਾਂ ਦਾ ਇੱਕ ਵਿਸ਼ੇਸ਼ ਸਥਾਨ ਹੈ, ਇੱਕ ਆਪਣੀ ਅਹਿਮੀਅਤ ਹੈ। ਉਸੀ ਦੇ ਨਾਲ ਜਿਹੜਾ ਹੈਗਾ ਉਮੀਦਵਾਰਾਂ ਦੀ ਚੋਣ ਹੁੰਦੀ ਹੈ। ਆਖਿਰਕਾਰ ਉਹਨਾਂ ਜੇਤੂ ਉਮੀਦਵਾਰਾਂ ਵੱਲੋਂ ਹੀ ਜਿਹੜਾ ਹੈਗਾ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਨੇ, ਕੰਮਕਾਰ ਕੀਤਾ ਜਾਂਦਾ ਤੇ ਦੇਸ਼ ਨੂੰ ਹੋਰ ਤਰੱਕੀ ਦੀ ਰਾਹ ਤੇ ਅੱਗੇ ਜਿਹੜਾ ਹੈਗਾ ਲਿਜਾਇਆ ਜਾਂਦਾ ਹੈ। ਤੇ ਜਦੋਂ ਇਹ ਚੋਣਾਂ ਹੀ ਹਿੰਸਾ ਦਾ ਘਰ ਬਣ ਜਾਣ, ਇੱਕ ਦੰਗਲ ਦਾ ਰੂਪ ਧਾਰ ਜਾਣ, ਤਾਂ ਇਹ ਸਾਡੀ ਜਮਹੂਰੀਅਤ ਲਈ ਵੀ ਬਹੁਤ ਘਾਤਕ ਹੈ। ਇਹ ਉੱਥੇ ਦੀ ਚੋਣ ਪ੍ਰਣਾਲੀ ਲਈ ਵੀ ਬਹੁਤ ਘਾਤਕ ਹੈ। ਤੇ ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਉੱਥੇ ਦੀ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਬਹੁਤ ਵੱਡਾ ਸਵਾਲ ਖੜਾ ਕਰਦਾ ਹੈ ਵੀ ਇਸ ਤਰ੍ਹਾਂ ਦੀ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਇਸ ਦੇ ਪਿੱਛੇ ਕੀ ਕਾਰਨ ਰਹਿ ਰਹੇ ਨੇ। ਇਸ ਤਰ੍ਹਾਂ ਦੀ ਕਈ ਚੀਜ਼ਾਂ ਨਿਕਲ ਕੇ ਸਾਡੇ ਦਿਮਾਗ 'ਚ ਆਉਂਦੀਆਂ ਨੇ। ਤੇ ਇਹੀ ਹਾਲਾਤ ਜਿਹੜੇ ਨੇ ਪੱਛਮੀ ਬੰਗਾਲ ਦੇ ਵਿੱਚ ਬਣੇ ਹੋਏ ਨੇ, ਜਿੱਥੇ ਕਿ ਅੱਜ ਸਵੇਰ ਤੋਂ ਪੰਚਾਇਤੀ ਚੋਣਾਂ ਦਾ ਕੰਮਕਾਰ ਚੱਲ ਰਿਹਾ ਤੇ ਉੱਥੇ ਸਵੇਰ ਤੋਂ ਹੀ ਜਿਹੜਾ ਹੈਗਾ ਇੱਕ ਹਿੰਸਕ ਮਾਹੌਲ ਬਣਿਆ ਹੋਇਆ। ਵੈਸੇ ਤਾਂ ਇਹ ਅੱਜ ਚੋਣਾਂ ਵਾਲਾ ਦਿਨ ਹੈ ਉੱਥੇ, ਤੇ ਇਹ ਹਾਲਾਤ ਅੱਜ ਤੋਂ ਪਹਿਲਾਂ ਤੋਂ ਹੀ ਬਣੇ ਹੋਏ ਨੇ। ਪਿਛਲੇ 24 ਘੰਟਿਆਂ ਤੋਂ ਤਾਂ ਇਸ ਤਰ੍ਹਾਂ ਦੀ ਹਿੰਸਕ ਘਟਨਾਵਾਂ ਬਹੁਤ ਵੱਧ ਗਈਆਂ ਨੇ। ਤੇ ਵੈਸੇ ਇਹ ਹਾਲਾਤ ਪਿਛਲੇ ਲਗਭਗ ਜੇ ਦੇਖੀਏ ਤਾਂ ਕੋਈ ਜਿਹੜਾ ਹੈਗਾ 1 ਮਹੀਨੇ ਦੇ ਕਰੀਬ ਸਮਾਂ ਬੀਤ ਚੁੱਕਾ ਹੈ, ਕਿਉਂਕਿ ਚੋਣਾਂ ਦਾ ਐਲਾਨ ਹੁੰਦਿਆਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ। ਤੇ ਅੱਜ ਵੀ ਉੱਥੇ ਬਹੁਤ ਭਿਆਨਕ ਹਿੰਸਾ ਜਿਹੜੀ ਹੈਗੀ ਵਾਪਰ ਰਹੀ ਹੈ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਕੁੱਲ ਜਿਹੜਾ ਹੈਗਾ ਉੱਥੇ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ, ਜਿਸ 'ਚ 73,887 ਜਿਹੜੀਆਂ ਸੀਟਾਂ ਉੱਥੇ ਚੋਣਾਂ ਦਾ ਕੰਮ ਚੱਲ ਰਿਹਾ। ਤੇ ਜਿਸ ਵਿੱਚੋਂ ਅੱਜ 64,874 ਸੀਟਾਂ ਲਈ ਜਿਹੜਾ ਹੈਗਾ ਵੋਟਿੰਗ ਹੋ ਰਹੀ ਹੈ, ਕਿਉਂਕਿ ਜਿਹੜੀ 9,013 ਜਿਹੜੀ ਉਮੀਦਵਾਰ ਨੇ ਉਹ ਬਿਨਾਂ ਮੁਕਾਬਲਾ ਜਿੱਤ ਚੁੱਕੇ ਨੇ। ਤੇ ਜਿਹੜਾ ਹੈਗਾ ਹੁਣ 64,874 ਲੋਕਾਂ ਉਮੀਦਵਾਰਾਂ ਦੀ ਜਿਹੜੀ ਹੈਗੀ ਆ ਉੱਥੇ ਚੋਣ ਚੱਲ ਰਹੀ ਹੈ। ਤੇ ਪੱਛਮ ਬੰਗਾਲ ਦੇ ਲਗਭਗ ਕੋਈ 5.5 ਕਰੋੜ ਤੋਂ ਵੱਧ ਵੋਟਰ ਜਿਹੜੇ ਨੇ ਉਹ 2 ਲੱਖ ਦੇ ਕਰੀਬ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ। ਤੇ ਇਸ ਤਰ੍ਹਾਂ ਜਿਹੜਾ ਹੈਗਾ ਉੱਥੇ ਚੋਣ ਮੈਦਾਨ ਪੂਰਾ ਭਖਿਆ ਹੋਇਆ ਤੇ ਲਗਾਤਾਰ ਜਿੱਥੇ ਚੋਣ ਮੈਦਾਨ ਭਖਿਆ ਉੱਥੇ ਹਿੰਸਕ ਘਟਨਾਵਾਂ ਵੀ ਬਹੁਤ ਵਾਪਰ ਰਹੀਆਂ ਨੇ, ਕਿਉਂਕਿ ਅੱਜ ਵੋਟਿੰਗ ਦਾ ਦਿਨ ਹੈ। ਤੇ ਜੇ ਅਸੀਂ ਪਿਛਲੇ 24 ਘੰਟਿਆਂ 'ਚ ਨਜ਼ਰ ਮਾਰਦੇ ਹਾਂ ਤਾਂ 24 ਘੰਟਿਆਂ 'ਚ ਉੱਥੇ 11 ਲੋਕਾਂ ਦੀ ਪਤਾ ਲੱਗ ਰਿਹਾ, ਜੋ ਹੁਣ ਤੱਕ ਔਨ ਰਿਕਾਰਡ ਹੈ ਵੀ ਕਿ 11 ਲੋਕਾਂ ਦੀ ਫੌਤ ਹੋ ਚੁੱਕੀ ਹੈ। ਤੇ ਜਿਸ ਦੇ ਵਿੱਚ ਸਾਰੀ ਸਿਆਸੀ ਧਿਰਾਂ ਦੇ ਵਿੱਚ ਤਾਂ ਆਗੂ ਸ਼ਾਮਲ ਨੇ, ਪਰ ਵੱਡੀ ਗਿਣਤੀ ਜਿਹੜੀ ਹੈਗੀ ਆ ਉਹ TMC ਆਗੂਆਂ ਦੀ ਹੈ, TMC ਦੇ ਵਰਕਰਾਂ ਦੀ ਹੈ। ਕਿਉਂਕਿ ਇਹ 11 ਦੇ ਵਿੱਚੋਂ ਜੇ ਅਸੀਂ ਦੇਖਦੇ ਹਾਂ ਤਾਂ 6 TMC ਨਾਲ ਸੰਬੰਧਿਤ ਨੇ, 1 ਕਾਂਗਰਸ ਨਾਲ, 1 CPM ਨਾਲ, 1 ਭਾਜਪਾ ਨਾਲ, 1 ISF ਨਾਲ। ਇਸ ਤਰ੍ਹਾਂ ਜਿਹੜੇ ਨੇ ਕੁੱਲ 11 ਜਣਿਆਂ ਦੀ 24 ਘੰਟਿਆਂ 'ਚ ਫੌਤ ਹੋ ਚੁੱਕੀ ਹੈ। ਤੇ ਜਦੋਂ ਦੀ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ, ਕਿਉਂਕਿ ਜਦੋਂ ਦਾ ਇਸ ਚੋਣਾਂ ਦਾ ਐਲਾਨ ਹੋਇਆ ਉਸੇ ਦਿਨ ਤੋਂ ਪੱਛਮ ਬੰਗਾਲ ਦੇ ਵਿੱਚ ਹਿੰਸਕ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ। ਇਸ ਤਰ੍ਹਾਂ ਦੀ ਮਾੜ ਧਾੜ ਸ਼ੁਰੂ ਹੋ ਗਈ ਸੀ। ਤੇ ਹੁਣ ਤੱਕ ਜਿਹੜਾ ਹੈਗਾ ਲਗਭਗ 2.5 ਦਰਜਨ ਦੇ ਕਰੀਬ ਵੀ ਕਿ 28 ਤੋਂ 30 ਲੋਕਾਂ ਦੀ ਜਿਹੜੀ ਹੈਗੀ ਹੈ ਪਿਛਲੇ 1 ਮਹੀਨੇ 'ਚ ਉੱਥੇ ਪੱਛਮ ਬੰਗਾਲ ਦੇ ਵਿੱਚ ਚੋਣਾਂ ਕਰਕੇ ਜਿਹੜਾ ਹੈਗਾ ਫੌਤ ਹੋ ਚੁੱਕੀ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਕਿਉਂਕਿ ਅੱਜ ਸਵੇਰੇ 7 ਵਜੇ ਤੋਂ ਉੱਥੇ ਚੋਣਾਂ ਦਾ ਅਮਲ ਚੱਲ ਰਿਹਾ ਤੇ ਇਸ ਦੌਰਾਨ ਵੀ ਜਿਹੜਾ ਹੈਗਾ ਉੱਥੇ ਵੱਡੀ ਗਿਣਤੀ 'ਚ ਹਿੰਸਕ ਘਟਨਾਵਾਂ ਵਾਪਰ ਰਹੀਆਂ ਨੇ। ਪਹਿਲਾਂ ਤਾਂ ਦੱਸਦੀ ਹੈ ਵੀ ਕਿ ਪੱਛਮ ਬੰਗਾਲ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਹੋ ਰਹੀਆਂ ਇਹ ਬੈਲਟ ਪੇਪਰ ਰਾਹੀਂ ਹੋ ਰਹੀਆਂ, ਬੈਲਟ ਪੇਪਰ ਤੇ ਵੋਟਿੰਗ ਹੋ ਰਹੀ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈਗਾ ਉੱਥੇ ਬੈਲਟ ਪੇਪਰ ਤੇ ਵੋਟਿੰਗ ਹੋਣ ਕਰਕੇ ਲਗਾਤਾਰ ਸਵੇਰ ਦੀ ਜਿੱਥੇ ਉੱਥੇ ਲੜਾਈ ਝਗੜੇ ਹੋ ਰਹੇ ਨੇ, ਮਾਰ ਕੁਟਾਈ ਹੋ ਰਹੀ ਹੈ, ਗੋਲੀਆਂ ਚੱਲ ਰਹੀਆਂ ਨੇ, ਉੱਥੇ ਹੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਈ ਥਾਵਾਂ ਤੇ ਤਾਂ ਜਿਹੜੇ ਬੈਲਟ ਬਾਕਸ ਨੇ ਉਹਨਾਂ ਨੂੰ ਸਾੜ ਦਿੱਤਾ ਗਿਆ। ਕਈ ਥਾਵਾਂ ਦੇ ਬੈਲਟ ਬਾਕਸ ਚੋਰੀ ਹੋ ਗਏ ਨੇ, ਮਤਲਬ ਉੱਥੇ ਲੜਾਈ ਹੋਣ ਤੋਂ ਬਾਅਦ ਜਿਹੜਾ ਹੈਗਾ ਉੱਥੇ ਬੈਲਟ ਬਾਕਸ ਹੀ ਲੈ ਕੇ ਭੱਜ ਗਏ। ਕਿਉਂਕਿ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਹੈਗੀਆਂ ਲਗਾਤਾਰ ਵਾਪਰ ਰਹੀਆਂ ਨੇ। ਪਰ ਇਹਨਾਂ ਸਾਰੀਆਂ ਘਟਨਾਵਾਂ ਤੋਂ ਦੋਸਤੋ ਇੱਕ ਚੀਜ਼ ਨਿਕਲ ਕੇ ਆਉਂਦੀ ਹੈ ਕਿ ਜਦੋਂ ਸਾਡੇ ਦੇਸ਼ 'ਚ ਚੋਣਾਂ ਦੇ ਅਮਲ 'ਚ ਇਹੋ ਜਿਹੀ ਹਿੰਸਾ ਵਾਪਰੀ ਤਾਂ ਸਾਡਾ ਦੇਸ਼ ਕਿੱਧਰਲੇ ਪਾਸੇ ਜਾ ਰਿਹਾ, ਕੀ ਹਾਲਾਤ ਬਣ ਰਹੇ ਨੇ। ਕਿਉਂਕਿ ਪੱਛਮੀ ਬੰਗਾਲ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਚੋਣਾਂ ਦੌਰਾਨ ਉੱਥੇ ਇਹੋ ਜਿਹੀ ਹਿੰਸਾ ਦਾ ਵਾਪਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਕਿਉਂਕਿ ਉੱਥੇ ਦੇ ਜੇ ਅਸੀਂ ਹਾਲਾਤਾਂ ਤੇ ਨਜ਼ਰ ਮਾਰੀਏ
ਤਾਂ ਉੱਥੇ ਕੋਈ ਇਹ ਪਹਿਲੀ ਵਾਰ ਨਹੀਂ ਹੈ ਕਿ ਚੋਣਾਂ 'ਚ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲੀ ਹੋਵੇ। ਉੱਥੇ ਪਿਛਲੇ ਲੰਬੇ ਸਮੇਂ ਤੋਂ ਇਹੋ ਜਿਹੀ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਵਿਸ਼ੇਸ਼ ਤੌਰ ਤੇ ਜਦੋਂ ਗੱਲ ਚੋਣਾਂ ਦੀ ਕਰਦੇ ਆ ਤਾਂ ਚੋਣਾਂ ਸਮੇਂ ਤਾਂ ਅਕਸਰ ਹੀ ਹੁੰਦਾ ਇਸ ਤਰ੍ਹਾਂ ਦੀ ਮਾਰ ਧਾੜ, ਇੱਕ ਦੂਜੇ ਨੂੰ ਗੋਲੀਆਂ ਚਲਾ ਦੇਣਾ, ਇੱਕ ਦੂਜੇ ਦੇ ਕਤਲ ਕਰ ਦੇਣਾ, ਇਹੋ ਜਿਹੀ ਘਟਨਾਵਾਂ ਤੇ ਨਿੱਤ ਵਾਪਰਦੀਆਂ ਨੇ ਉੱਥੇ। ਕਿਉਂਕਿ ਪੱਛਮੀ ਬੰਗਾਲ ਦਾ ਜਿਹੜਾ ਇਤਿਹਾਸ ਹੀ ਇਹੋ ਜਿਹਾ ਰਿਹਾ ਵੀ ਕਿ ਉੱਥੇ ਚੋਣਾਂ ਦੇ ਵਿੱਚ ਹਿੰਸਾ ਜਿਹੜੀ ਹੈ ਆਮ ਗੱਲ ਬਣ ਚੁੱਕੀ ਹੈ। ਜੇ ਅਸੀਂ ਉੱਥੇ ਗੱਲ 1960ਵੇਂ ਤੋਂ ਬਾਅਦ ਦੀ ਕਰੀਏ ਕਿ 1960 ਤੋਂ ਬਾਅਦ ਤੋਂ ਹੀ ਜਿਹੜਾ ਹੈਗਾ ਲਗਾਤਾਰ ਉੱਥੇ ਹਿੰਸਕ ਘਟਨਾਵਾਂ ਜਿਹੜੀਆਂ ਵਾਪਰਨੀਆਂ ਸ਼ੁਰੂ ਹੋ ਗਈਆਂ ਸੀ। ਚਾਹੇ ਉੱਥੇ ਪਹਿਲਾਂ ਨਕਸਲਵਾਦੀ ਮੂਵਮੈਂਟ ਚੱਲੀ, ਉਸ ਸਮੇਂ ਜਿਹੜਾ ਹੈਗਾ ਵੱਡੀ ਗਿਣਤੀ 'ਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਤੇ ਉਹ ਸੱਤਾ ਦੇ ਵਿੱਚ ਜਿਹੜਾ ਹੈਗਾ ਸ਼ਾਮਲ ਹੁੰਦੀਆਂ ਗਈਆਂ। ਉਸ ਤੋਂ ਬਾਅਦ ਜਿਹੜਾ ਹੈਗਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਵੱਲੋਂ ਜਿਹੜਾ ਹੈਗਾ ਇਹੋ ਜਿਹੀ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੱਤਾ ਦੇ ਵਿੱਚ ਬਣੇ ਰਹਿਣ ਲਈ। ਫਿਰ ਉਸ ਤੋਂ ਬਾਅਦ ਕੋਈ ਵੀ ਸਿਆਸੀ ਧਿਰ ਆਈ ਹੈ ਉਹਨਾਂ ਵੱਲੋਂ ਸਾਰਿਆਂ ਵੱਲੋਂ ਹੀ ਜਿਹੜਾ ਹੈਗਾ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਨੂੰ ਇੱਕ ਵੱਡਾ ਰੂਪ ਦਿੱਤਾ ਗਿਆ ਤੇ ਹਿੰਸਾ ਦੇ ਸਿਰ ਤੇ ਹੀ ਸੱਤਾ ਦਾ ਸੁੱਖ ਜਿਹੜਾ ਹੈਗਾ ਮੰਨਿਆ ਗਿਆ। ਤੇ ਹੁਣ ਜਦੋਂ ਅਸੀਂ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ TMC ਜਿਹੜੀ ਹੈਗੀ ਰਾਜ ਕਰ ਰਹੀ ਹੈ, ਤ੍ਰਿਣਮੂਲ ਕਾਂਗਰਸ, ਤਾਂ ਉਹ ਵੀ ਜਿਹੜੀ ਹੈਗੀ ਹੈ ਇਹੋ ਜਿਹੀ ਹਿੰਸਕ ਘਟਨਾਵਾਂ ਦੇ ਸਿਰ ਤੇ ਜਿਹੜਾ ਹੈਗਾ ਉੱਥੇ ਰਾਜ ਕਰ ਰਹੀ ਹੈ। ਕਿਉਂਕਿ ਚਾਹੇ ਚੋਣਾਂ ਉੱਥੇ ਪੰਚਾਇਤੀ ਹੋਣ, ਚਾਹੇ ਕਾਰਪੋਰੇਸ਼ਨ ਦੀਆਂ ਹੋਣ, ਚਾਹੇ ਵਿਧਾਨ ਸਭਾ ਹੋਣ, ਚਾਹੇ ਲੋਕ ਸਭਾ ਹੋਣ, ਸਾਰੀਆਂ ਚੋਣਾਂ 'ਚ ਇਹੋ ਜਿਹੀ ਮਾਰ ਧਾੜ, ਕੁੱਟਮਾਰ ਜਿਹੜੀ ਹੈਗੀ ਹੈ ਲਗਾਤਾਰ ਦੇਖਣ ਨੂੰ ਮਿਲਦੀ ਹੈ। ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਤੇ ਇਸ ਦੇ ਨਾਲ ਹੀ ਜਦੋਂ ਅਸੀਂ ਗੱਲ ਚੋਣਾਂ ਦੀ ਕਰ ਰਹੇ ਤਾਂ ਚੋਣਾਂ ਤੋਂ ਇਲਾਵਾ ਜੇ ਅਸੀਂ ਉੱਥੇ ਦੇ ਹਾਲਾਤ ਤੇ ਨਜ਼ਰ ਮਾਰਦੇ ਹਾਂ ਤਾਂ ਉੱਥੇ ਚਾਹੇ ਕੋਈ ਵਿਸ਼ੇਸ਼ ਦਿਨ ਹੋਵੇ, ਕਿਸੇ ਵੀ ਜਾਤੀ ਧਰਮ ਦੇ ਸੰਬੰਧਿਤ ਕੋਈ ਵਿਸ਼ੇਸ਼ ਦਿਨ ਹੋਵੇ ਜਾਂ ਕਹਿ ਦਿਓ ਕੋਈ ਵੱਡਾ ਤਿਉਹਾਰ ਹੋਵੇ, ਤਾਂ ਇਹੋ ਜਿਹੇ ਦਿਨਾਂ ਤੇ ਵੀ ਜਿਹੜਾ ਹੈਗਾ ਉੱਥੇ ਕੋਈ ਨਾ ਕੋਈ ਘਟਨਾ ਜਿਹੜੀ ਹੈਗੀ ਵਾਪਰਦੀ ਰਹਿੰਦੀ ਹੈ। ਪਰ ਜੇ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਤੇ ਨਜ਼ਰ ਮਾਰਦੇ ਹਾਂ ਤਾਂ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈਗੀ ਜ਼ਿੰਮੇਵਾਰ ਰਹਿੰਦੀ ਹੈ। ਕਿਉਂਕਿ ਜਦੋਂ ਇਹੋ ਜਿਹੀ ਘਟਨਾਵਾਂ ਜਿੱਥੇ ਵਾਪਰਦੀਆਂ ਨੇ ਤਾਂ ਉਸ ਲਈ ਕੋਈ ਨਾ ਕੋਈ ਵੱਡਾ ਸੰਗਠਿਤ ਗਰੁੱਪ ਜਾਂ ਦੀ ਜਿਹੜਾ ਹੈਗਾ ਉਸਦੀ ਵੱਡੀ ਸ਼ਮੂਲੀਅਤ ਮੰਨੀ ਜਾਂਦੀ ਹੈ। ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਰਾਜਨੀਤਿਕ ਪਾਰਟੀਆਂ ਦੀ ਵੀ ਕਿਤੇ ਨਾ ਕਿਤੇ ਭੂਮਿਕਾ ਹੁੰਦੀ ਹੈ। ਤਾਂ ਸਾਰੀ ਇਹੋ ਜਿਹੀ ਘਟਨਾਵਾਂ ਤੇ ਜਾਂ ਉਹਨਾਂ ਲੋਕਾਂ ਤੇ ਨੱਥ ਪਾਉਣ 'ਚ ਸਰਕਾਰ ਦੀ ਜਿਹੜੀ ਉੱਥੇ ਨਾਕਾਮਯਾਬੀ ਤਾਂ ਇਹੋ ਰਹਿੰਦੀ ਹੈ। ਤਾਂ ਫਿਰ ਇਹੋ ਜਿਹੀ ਘਟਨਾਵਾਂ ਲਈ ਸਰਕਾਰ ਹੀ ਸਿੱਧੇ ਤੌਰ ਤੇ ਜਿਹੜਾ ਹੈਗਾ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਜੇ ਅਸੀਂ ਦੇਖੀਏ ਤਾਂ ਕਿਤੇ ਨਾ ਕਿਤੇ ਸਰਕਾਰ ਵੱਲੋਂ ਚੋਣਾਂ ਨੂੰ ਸ਼ਾਂਤਮਈ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜਿਹੜੀ ਉਹਦੀ ਢਿੱਲੀ ਕਾਰਗੁਜ਼ਾਰੀ ਹੈ ਉਹ ਵੀ ਜਿਹੜੀ ਹੈਗੀ ਹੈ ਇਹੋ ਜਿਹੀ ਘਟਨਾਵਾਂ ਨੂੰ ਜਿਹੜਾ ਹੈਗਾ ਸੱਦਾ ਦਿੰਦੀ ਹੈ। ਉਸੇ ਕਰਕੇ ਇਹੋ ਜਿਹੀ ਘਟਨਾਵਾਂ ਜਿਹੜੀ ਹੈਗੀਆਂ ਆਮ ਤੌਰ ਤੇ ਉੱਥੇ ਵਾਪਰਦੀਆਂ ਨੇ ਤੇ ਦੇਖਣ ਨੂੰ ਮਿਲਦੀਆਂ ਨੇ। ਪਰ ਦੋਸਤੋ ਇਹੋ ਜਿਹੀਆਂ ਸਾਰੀਆਂ ਚੀਜ਼ਾਂ ਸਾਡੀਆਂ ਚੋਣਾਂ ਦੇ ਦੌਰਾਨ ਵਾਪਰਨਾ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਵੀ ਕਿ ਚੋਣਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਨਾ ਜਾਂ ਚੋਣਾਂ ਦੇ ਵਿੱਚ ਬਦਮਾਸ਼ਾਂ ਦਾ ਸ਼ਾਮਲ ਹੋਣਾ, ਸ਼ਰਾਰਤੀ ਅਨਸਰਾਂ ਦਾ ਸ਼ਾਮਲ ਹੋਣਾ, ਗੈਰ ਸਮਾਜਿਕ ਤੱਤਵ ਜਿੰਨੇ ਵੀ ਨੇ ਜੇਕਰ ਉਹ ਚੋਣਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਉਹਨਾਂ ਦੇ ਸਿਰ ਤੇ ਲੋਕ ਸੱਤਾ ਦਾ ਸੁੱਖ ਮਾਣਦੇ ਨੇ ਤਾਂ ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਵੈਸੇ ਤਾਂ ਇਹ ਹੁਣ ਸਾਡੇ ਦੇਸ਼ ਦੀ ਸਿਆਸਤ ਦਾ ਚਲਨ ਹੀ ਬਣ ਚੁੱਕਾ ਹੈ। ਕੋਈ ਸਮਾਂ ਸੀਗਾ ਵੀ ਕਿ ਰਾਜਨੀਤਿਕ ਆਗੂ ਜਿਹੜੇ ਸੀਗੇ ਉਹ ਇਸ ਤਰ੍ਹਾਂ ਦੇ ਗੈਰ ਸਮਾਜਿਕ ਅਨਸਰਾਂ ਦੇ ਸਿਰ ਤੇ ਕਹਿ ਲਓ ਜਾਂ ਕਹਿ ਲਓ ਵੀ ਕਿ ਜਿਹੜੇ ਗੁੰਡੇ ਬਦਮਾਸ਼ ਲੋਕ ਨੇ ਉਹਨਾਂ ਦੀ ਵਰਤੋਂ ਅਕਸਰ ਚੋਣਾਂ 'ਚ ਕਰਿਆ ਕਰਦੇ ਸੀ। ਪਰ ਸਮੇਂ ਦੇ ਨਾਲ ਚੋਣਾਂ 'ਚ ਬਦਲਾਅ ਆਉਂਦਾ ਰਿਹਾ, ਸਮਾਂ ਬਦਲਦਾ ਰਿਹਾ ਤੇ ਅੱਜ ਸਾਡੇ ਦੇਸ਼ ਦੀ ਸੱਤਾ 'ਚ ਵੱਡੀ ਗਿਣਤੀ 'ਚ ਅਪਰਾਧਕ ਪ੍ਰਵਿਰਤੀ ਵਾਲੇ ਲੋਕ ਸ਼ਾਮਲ ਨੇ, ਠੀਕ ਹੈ, ਜਿਨ੍ਹਾਂ ਤੇ ਕੋਈ ਨਾ ਕੋਈ ਅਪਰਾਧਕ ਮਾਮਲੇ ਦਰਜ ਨੇ। ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਸਾਡੇ ਦੇਸ਼ ਦੀ ਸਿਆਸਤ ਕਿੱਧਰਲੇ ਪਾਸੇ ਜਾ ਚੁੱਕੀ ਹੈ ਜਾਂ ਸਾਡਾ ਦੇਸ਼ ਕਿੱਧਰਲੇ ਪਾਸੇ ਜਾ ਰਿਹਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇਹ ਗੱਲ ਇਕੱਲੀ ਪੱਛਮੀ ਬੰਗਾਲ ਦੀ ਨਹੀਂ ਹੈ। ਜਦੋਂ ਅਸੀਂ ਦੇਸ਼ ਦੇ ਹੋਰਨਾਂ ਸੂਬਿਆਂ ਤੇ ਨਜ਼ਰ ਮਾਰਦੇ ਹਾਂ, ਉੱਥੇ ਇਹੋ ਜਿਹੀਆਂ ਸਥਾਨਕ ਚੋਣਾਂ ਨੂੰ ਦੇਖਦੇ ਹਾਂ ਤਾਂ ਉੱਥੇ ਵੀ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਨਜ਼ਰ ਆਉਂਦੀਆਂ ਨੇ। ਕਿਉਂਕਿ ਚਾਹੇ ਉੱਤਰ ਪ੍ਰਦੇਸ਼ ਦੀ ਗੱਲ ਕਰ ਲਈਏ, ਬਿਹਾਰ ਦੀ ਗੱਲ ਕਰ ਲਈਏ, ਤਾਂ ਉੱਥੇ ਇਹੋ ਜਿਹੀ ਘਟਨਾਵਾਂ ਜਿਹੜੀਆਂ ਹੈਗੀਆਂ ਆਮ ਤੌਰ ਤੇ ਚੋਣਾਂ 'ਚ ਵਾਪਰਦੀਆਂ ਨੇ। ਤੇ ਇਹੀ ਹਾਲਾਤ ਹੁਣ ਸਾਡੇ ਪੰਜਾਬ 'ਚ ਵੀ ਬਣਦੇ ਜਾ ਰਹੇ ਨੇ। ਚਾਹੇ ਉੱਥੇ ਗੱਲ ਪੰਚਾਇਤੀ ਚੋਣਾਂ ਦੀ ਕਰ ਲਈਏ ਜਾਂ ਉੱਥੇ ਕਾਰਪੋਰੇਸ਼ਨ ਨਗਰ ਨਿਗਮ ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜਾ ਹੈਗਾ ਪਿਛਲੇ ਲਗਭਗ 2 ਦਹਾਕਿਆਂ ਤੋਂ ਜਿਹੜਾ ਹੈਗਾ ਪੰਜਾਬ 'ਚ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਹੈਗਾ ਮਾਰ ਧਾੜ, ਕੁੱਟਮਾਰ ਜਿਹੜੀ ਹੈਗੀ ਆ, ਲੜਾਈ ਝਗੜੇ ਆਮ ਤੌਰ ਤੇ ਜਿਹੜਾ ਹੈਗਾ ਦੇਖਣ ਨੂੰ ਮਿਲਦੇ ਨੇ। ਤੇ ਇਹ ਸਾਡੇ ਦੇਸ਼ ਦੀ ਲਈ ਜਿਹੜਾ ਹੈਗਾ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਂਕਿ ਚੋਣਾਂ ਦੇ ਵਿੱਚ ਜੋ ਕਿ ਚੋਣਾਂ ਜਿਸ ਨੂੰ ਅਸੀਂ ਕਹਿੰਦੇ ਹਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਹੋਣੀਆਂ ਚਾਹੀਦੀਆਂ ਵੀ ਉੱਥੇ ਤੋਂ ਚੁਣ ਕੇ ਜਿਹੜੇ ਵਿਅਕਤੀ ਅੱਗੇ ਜਾਂਦੇ ਨੇ ਉਹ
ਸਮਾਜ ਲਈ ਇੱਕ ਅਹਿਮ ਅਹੁਦੇ ਤੇ ਬੈਠੇ ਹੁੰਦੇ ਨੇ, ਉਹਨਾਂ ਨੇ ਸਮਾਜ ਦੇ ਲਈ ਕਈ ਫੈਸਲੇ ਲੈਣੇ ਹੁੰਦੇ ਨੇ। ਜੇਕਰ ਉੱਥੇ ਹੀ ਲੋਕ ਜਿਹੜੇ ਨੇ ਇਸ ਤਰ੍ਹਾਂ ਦੇ ਲੜਾਈ ਝਗੜਿਆਂ ਚੋਂ ਨਿਕਲ ਕੇ ਜਾਣਗੇ ਜਾਂ ਇਹੋ ਜਿਹੀ ਲੜਾਈ ਝਗੜੇ ਕਰਕੇ ਉੱਥੇ ਜਾਣਗੇ ਤਾਂ ਬਹੁਤ ਹੀ ਮੰਦਭਾਗੀ ਗੱਲ ਹੈ। ਪਰ ਇੱਕ ਚੀਜ਼ ਤਾਂ ਆਮ ਬਣ ਗਈ ਹੈ, ਜਿਵੇਂ ਕਿ ਵਾਰ-ਵਾਰ ਆਪਾਂ ਕਹਿ ਰਹੇ ਹਾਂ ਵੀ ਕਿ ਅੱਜ ਲੋਕ ਸੱਤਾ ਦਾ ਆਨੰਦ ਮਾਣਨ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨੇ। ਵੀ ਕਿ ਉਹਨਾਂ ਨੂੰ ਹਰ ਕਿਸੇ ਵਿਅਕਤੀ ਨੂੰ ਇਹੀ ਹੈ ਵੀ ਕਿ ਉਹ ਸੱਤਾ ਨੂੰ ਕਿਵੇਂ ਜਿਹੜਾ ਹੈਗਾ ਆਪਣੇ ਹੱਥ 'ਚ ਲਵੇ ਜਾਂ ਸੱਤਾ 'ਚ ਕਿਵੇਂ ਕਾਬਜ ਹੋਵੇ, ਉਸ ਲਈ ਕੁਝ ਵੀ ਕਰਨਾ ਪੈ ਜੇ ਹਰ ਵਿਅਕਤੀ ਸਭ ਕੁਝ ਕਰਨ ਨੂੰ ਤਿਆਰ ਹੈ। ਸਾਡੀ ਰਾਜਨੀਤਿਕ ਪਾਰਟੀਆਂ ਸਭ ਕੁਝ ਕਰਨ ਨੂੰ ਤਿਆਰ ਹੈ। ਇਸ ਲਈ ਜਿੱਥੇ ਲੋਕਾਂ ਦੇ ਕਿਰਦਾਰ ਜਿਹੜੇ ਨੇ ਉਹ ਦਾਅ 'ਤੇ ਲੱਗ ਰਹੇ ਨੇ, ਉੱਥੇ ਹੀ ਰਾਜਨੀਤਿਕ ਪਾਰਟੀਆਂ ਦੀ, ਰਾਜਨੀਤਿਕ ਆਗੂਆਂ ਦੀ ਵਿਚਾਰਧਾਰਾ ਵੀ ਜਿਹੜਾ ਹੈਗਾ ਇੱਕ ਦਾਅ 'ਤੇ ਲੱਗਦੀ ਦਿਖਾਈ ਦੇ ਰਹੀ ਹੈ। ਕਿ ਕੋਈ ਸਮਾਂ ਸੀ ਸਾਡੇ ਦੇਸ਼ 'ਚ ਰਾਜਨੀਤਿਕ ਪਾਰਟੀਆਂ ਦੀ ਜਿਹੜਾ ਹੈਗਾ ਆਪਣੀ ਵਿਚਾਰਧਾਰਾ ਹੁੰਦੀ ਸੀ, ਆਪਣੀ ਉਹਨਾਂ ਦੀ ਇੱਕ ਜਿਹੜਾ ਮਾਈਂਡਸੈਟ ਹੁੰਦਾ ਸੀ ਜਿਸ ਦੇ ਆਧਾਰ 'ਤੇ ਪਾਰਟੀ ਕੰਮ ਕਰਦੀ ਸੀ, ਤੇ ਉਹਦੇ ਸਾਰੇ ਵਰਕਰ, ਸਾਰੇ ਆਗੂ ਵੀ ਉਸੇ ਵਿਚਾਰਧਾਰਾ ਨਾਲ ਸੰਬੰਧਿਤ ਹੁੰਦੇ ਸੀ। ਪਰ ਅੱਜ ਦੌਰ ਕੁਝ ਹੋ ਰਹੀ ਹੈ ਵੀ ਕਿ ਰਾਜਨੀਤਿਕ ਪਾਰਟੀਆਂ ਦੀ ਸੋਚ ਵੀ ਇਹੀ ਬਣ ਗਈ ਹੈ ਵੀ ਕਿ ਅਸੀਂ ਸੱਤਾ 'ਚ ਕਾਬਜ ਰਹਿਣ ਲਈ ਜਿਹੜਾ ਹੈਗਾ ਜੇਤੂ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰੀਏ, ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੋਣ, ਕਿਸੇ ਵੀ ਵਿਚਾਰਧਾਰਾ ਨਾਲ ਸੰਬੰਧਿਤ ਹੋਣ। ਤਾਂ ਉਹਨਾਂ ਦੇ ਮੁੱਖ ਮੰਤਵ ਜਿਹੜਾ ਇਹੀ ਰਹਿ ਗਿਆ ਵੀ ਅਸੀਂ ਕਿਵੇਂ ਸੱਤਾ 'ਚ ਕਾਬਜ ਰਹੀਏ, ਤਾਂ ਉਸ ਲਈ ਕੀ ਕੁਝ ਕਰਨਾ ਪੈ ਜੇ ਉਹ ਸਭ ਕੁਝ ਕਰਨ ਨੂੰ ਤਿਆਰ ਨੇ। ਤਾਂ ਦੋਸਤੋ, ਚੋਣਾਂ 'ਚ ਇਹੋ ਜਿਹੀ ਘਟਨਾਵਾਂ ਵਾਪਰਨਾ ਬਹੁਤ ਮੰਦਭਾਗੀ ਗੱਲ ਹੈ, ਤੇ ਸਾਡੇ ਲੋਕਾਂ ਨੂੰ ਵੀ ਚਾਹੀਦਾ, ਸਾਡੇ ਵੋਟਰਾਂ ਨੂੰ ਵੀ ਚਾਹੀਦਾ ਵੀ ਕਿ ਉਹ ਆਪਣੇ ਵੋਟ ਦੀ ਵਰਤੋਂ ਕਰਨ ਤੋਂ ਪਹਿਲਾਂ ਜ਼ਰੂਰ ਦੇਖਣ ਵੀ ਕਿ ਰਾਜਨੀਤਿਕ ਪਾਰਟੀ ਦਾ ਜਾਂ ਉਸ ਆਗੂ ਦਾ ਕੀ ਪਿਛੋਕੜ ਹੈ, ਕੀ ਵਿਚਾਰਧਾਰਾ ਹੈ, ਕੀ ਉਹ ਤੁਹਾਡੇ ਲਈ ਜਿਹੜਾ ਹੈਗਾ ਕੀ ਵਿਜ਼ਨ ਲੈ ਕੇ ਆਇਆ, ਕੀ ਉਹ ਵਿਕਾਸ ਦੀ ਗੱਲਾਂ ਕਰ ਰਿਹਾ ਤੁਹਾਡੇ ਨਾਲ। ਇਹ ਸਾਰੀ ਚੀਜ਼ਾਂ ਨੂੰ ਦੇਖ ਕੇ ਹੀ ਜਿਹੜਾ ਹੈਗਾ ਆਪਣੇ ਵੋਟ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇ ਇਸ ਦੇ ਨਾਲ ਜਿਹੜੀ ਇਹੋ ਜਿਹੀ ਘਟਨਾਵਾਂ ਲਈ ਮੁੱਖ ਜ਼ਿੰਮੇਵਾਰ ਸੱਤਾਧਾਰੀ ਧਿਰ ਹੁੰਦੀ ਹੈ, ਤਾਂ ਉੱਥੇ ਦੀ ਜਿਹੜੀ ਵੀ ਸੂਬਾ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਚੋਣਾਂ ਨੂੰ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਇਆ ਜਾਵੇ, ਨਾ ਕਿ ਜਿਹੜਾ ਹੈਗਾ ਉੱਥੇ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਹੋਰ ਜਿਹੜਾ ਹੈਗਾ ਵੱਡੇ ਪੱਧਰ ਤੇ ਹੁਲਾਰਾ ਦਿੱਤਾ ਜਾਵੇ। ਇਸ ਲਈ ਦੇਖਣਾ ਇਹੀ ਹੋਵੇਗਾ ਰਾਜਨੀਤਿਕ ਪਾਰਟੀਆਂ ਕਿੰਨੀ ਕੁ ਜਿਹੜੀ ਹੈਗੀਆਂ ਇਹੋ ਜਿਹੀ ਘਟਨਾਵਾਂ ਤੋਂ ਸਿੱਖਦੀਆਂ ਨੇ, ਤੇ ਭਵਿੱਖ ਦੇ ਵਿੱਚ ਜਿਹੜਾ ਹੈਗਾ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ 'ਚ ਕਿੰਨਾ ਕੁ ਯੋਗਦਾਨ ਦਿੰਦੀਆਂ ਨੇ, ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਲਗਾਤਾਰ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।